ਸਾਇੰਸ ਚੈਪਟਰ 3 ਦਾ ਨੈਕਸਟ ਟੌਪਿਕ ਅਕਰੈਂਸ ਆਫ ਮੈਟਲਸ, ਧਾਤਾਂ ਦੇ ਪ੍ਰਾਪਤੀ ਸਥਾਨ, ਕਿ ਧਾਤਾਂ ਸਾਨੂੰ ਕਿਵੇਂ ਪ੍ਰਾਪਤ ਹੁੰਦੀਆਂ ਨੇ। ਇਹਦੇ ਵਿੱਚ ਪਹਿਲਾਂ 3 ਟਰਮਸ ਪੜਾਂਗੇ। ਫਸਟ ਮਿਨਰਲਸ, ਮਿਨਰਲਸ ਹੁੰਦੇ ਖਣਿਜ। ਦ ਐਲੀਮੈਂਟਸ ਔਰ ਕੰਪਾਊਂਡਸ ਵਿਚ ਅਕਰਸ ਨੈਚੁਰਲੀ ਇਨ ਦ ਅਰਥਸ ਕਰਸਟ ਆਰ ਕਾਲਡ ਮਿਨਰਲਸ। ਕੁਦਰਤੀ ਤੌਰ 'ਤੇ ਜਿਹੜੇ ਐਲੀਮੈਂਟਸ ਜਾਂ ਕੰਪਾਊਂਡਸ ਨੇ ਜਿਹੜੇ ਸਾਨੂੰ ਧਰਤੀ ਦੀ ਸਤ੍ਹਾ ਤੋਂ ਮਿਲਦੇ ਨੇ, ਜਿਨ੍ਹਾਂ ਤੋਂ ਅਸੀਂ ਮੈਟਲਸ ਨੂੰ ਕੀ ਕਰਦੇ ਹਾਂ, ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਕੀ ਕਹਿ ਦਿੰਦੇ ਆ, ਮਿਨਰਲਸ। ਸੈਕਿੰਡ ਓਰਸ, ਓਰਸ ਹੁੰਦੇ ਕੱਚੀ ਧਾਤ। ਮਿਨਰਲਸ ਦੈਟ ਕੰਟੇਨ ਵੈਰੀ ਹਾਈ ਪਰਸੈਂਟੇਜ ਆਫ ਪਰਟੀਕੂਲਰ ਮੈਟਲ, ਉਹ ਖਣਿਜ ਹੁੰਦੇ ਆ ਜਿਹਦੇ ਵਿੱਚ ਕਿਸੇ ਪਰਟੀਕੂਲਰ ਮੈਟਲ ਦੀ ਜਿਹੜੀ ਮਾਤਰਾ ਹੋਊਗੀ ਉਹ ਬਹੁਤ ਜ਼ਿਆਦਾ ਹੋਊਗੀ। ਐਂਡ ਦ ਮੈਟਲ ਕੈਨ ਬੀ ਪ੍ਰੋਫਿਟੇਬਲੀ ਐਕਸਟਰੈਕਟਿਡ ਫਰੋਮ ਇਟ, ਅਤੇ ਅਸੀਂ ਉਹਦੇ ਵਿੱਚੋਂ ਧਾਤ ਨੂੰ ਲਾਹੇਵੰਦ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਖਣਿਜਾਂ ਨੂੰ ਕੀ ਕਹਿੰਦੇ ਆ, ਓਰਸ, ਕੱਚੀ ਧਾਤ ਕਹਿੰਦੇ ਆ। ਥਰਡ ਇਜ਼ ਗੈਂਗ, ਗੈਂਗ। ਓਰਸ ਆਰ ਯੂਜੂਅਲੀ ਕੰਟੈਮੀਨੇਟਿਡ ਵਿਦ ਲਾਰਜ ਅਮਾਊਂਟ ਆਫ ਇੰਪਿਓਰਿਟੀਜ਼ ਸਚ ਐਜ਼ ਸੋਇਲ, ਸੈਂਡ ਐਟਸੈਟਰਾ ਆਰ ਕਾਲਡ ਗੈਂਗ। ਇਹ ਕਹਿੰਦੇ ਧਰਤੀ ਵਿੱਚੋਂ ਜਿਹੜੇ ਕੱਢੀ ਗਏ ਕੱਚੀ ਧਾਤ ਹੁੰਦੀ ਆ, ਓਰਸ ਜਿਹੜੇ ਕੱਢੇ ਜਾਂਦੇ ਆ ਵਿੱਚ, ਉਹਨਾਂ ਵਿੱਚ ਕੁਛ ਅਸ਼ੁੱਧੀਆਂ ਹੁੰਦੀਆਂ, ਇੰਪਿਓਰਿਟੀਜ਼ ਹੁੰਦੀਆਂ ਨੇ, ਜਿਵੇਂ ਕਿ ਮਿੱਟੀ ਹੋ ਗਿਆ, ਰੇਤ ਹੋ ਗਈ, ਅਤੇ ਇਹਨਾਂ ਨੂੰ ਕੀ ਕਹਿ ਦਿੰਦੇ ਆ, ਗੈਂਗ। ਸੋਇਲ, ਸੈਂਡ ਹੁੰਦੇ ਜਿਹੜੇ ਇੰਪਿਓਰਿਟੀਜ਼ ਹੁੰਦੀਆਂ ਉਹਨਾਂ ਨੂੰ ਗੈਂਗ ਕਹਿ ਦਿੰਦੇ ਆ। ਐਕਸਟ੍ਰੈਕਸ਼ਨ ਆਫ ਮੈਟਲਸ ਫਰੋਮ ਓਰਸ। ਓਰਸ ਕੱਚੀ ਧਾਤ, ਕੱਚੀ ਧਾਤ ਤੋਂ ਧਾਤਾਂ ਦਾ ਨਿਸ਼ਕਰਸ਼ਣ, ਮਤਲਬ ਕਿ ਕੱਚੀ ਧਾਤ ਤੋਂ ਧਾਤਾਂ ਕਿਵੇਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ। ਇਹਦੇ ਵਿੱਚ ਸਟੈਪਸ ਨੇ। ਫਸਟ ਸਟੈਪ ਐਨਰਿਚਮੈਂਟ ਆਫ ਓਰਸ, ਕੱਚੀ ਧਾਤਾਂ ਦਾ ਸੰਘਣਾਪਨ। ਇਹਦੇ ਵਿੱਚ ਕੀ ਹੁੰਦੇ ਆ, ਓਰਸ ਦੇ ਨਾਲ ਕੁਝ ਗੈਂਗ ਹੁੰਦੇ ਆ, ਗੈਂਗ ਪਾਰਟੀਕਲਸ। ਤਾਂ ਪਹਿਲਾਂ ਉਹ ਗੈਂਗ ਨੂੰ ਕੀ ਕਰਾਂਗੇ, ਰਿਮੂਵ ਕਰਾਂਗੇ, ਆਪਣੇ ਕੋਲ ਕੀ ਬਚ ਜੂ, ਓਰ ਬਚ ਜੂ, ਕੱਚੀ ਧਾਤ ਬਚ ਜੂਗੀ। ਫਿਰ ਨੈਕਸਟ ਸਟੈਪ ਕੀ ਹੁੰਦਾ, ਐਕਸਟ੍ਰੈਕਸ਼ਨ ਆਫ ਮੈਟਲਸ, ਧਾਤਾਂ ਦਾ ਨਿਸ਼ਕਰਸ਼ਣ। ਫਿਰ ਆਪਾਂ ਓਰਸ ਤੋਂ ਕੀ ਕਰਦੇ ਹਾਂ, ਉਹ ਧਾਤ ਨੂੰ ਪ੍ਰਾਪਤ ਕਰਦੇ ਹਾਂ, ਧਾਤਾਂ ਪ੍ਰਾਪਤ ਕਰਦੇ ਹਾਂ ਕੱਚੀ ਧਾਤ ਤੋਂ। ਫਿਰ ਥਰਡ ਸਟੈਪ ਵਿੱਚ ਰਿਫਾਈਨਿੰਗ ਆਫ ਮੈਟਲਸ, ਧਾਤਾਂ ਦਾ ਸ਼ੁੱਧੀਕਰਨ। ਫਿਰ ਜਿਹੜੀ ਆਪਾਂ ਨੇ ਉੱਪਰ ਧਾਤ ਪ੍ਰਾਪਤ ਕੀਤੀ ਸੀਗੀ ਕੱਚੀ ਧਾਤ ਤੋਂ, ਉਹਦਾ ਕੀ ਕਰਨਾ ਆਪਾਂ ਨੇ, ਨੈਕਸਟ ਸਟੈਪ ਵਿੱਚ ਸ਼ੁੱਧੀਕਰਨ ਕਰਨਾ, ਪਿਓਰ ਫਾਰਮ 'ਚ ਲੈ ਕੇ ਆਉਣਾ ਉਹਨੂੰ। ਬੁੱਕ ਵਿੱਚ ਟੇਬਲ ਆ, ਇਹਦੇ ਵਿੱਚ ਕੀ ਆ, ਸਟੈਪਸ ਇਨਵੋਲਵਡ ਇਨ ਦ ਐਕਸਟ੍ਰੈਕਸ਼ਨ ਆਫ ਮੈਟਲਸ ਫਰੋਮ ਓਰਸ, ਕਿ ਕੱਚੀ ਧਾਤਾਂ ਤੋਂ ਧਾਤਾਂ ਨੂੰ ਪ੍ਰਾਪਤ ਕਰਨਾ, ਉਹਨਾਂ ਦੇ ਸਟੈਪਸ ਕਿਹੜੇ ਕਿਹੜੇ ਸਟੈਪਸ ਇਨਵੋਲਵ ਹੁੰਦੇ ਆ ਉਹਦੇ ਵਿੱਚ। ਫਸਟ ਓਰ, ਪਹਿਲਾਂ ਆਪਾਂ ਸਟੈਪ ਕੀ ਕਿਹਾ ਸੀਗਾ, ਐਨਰਿਚਮੈਂਟ ਆਫ ਓਰਸ, ਮਤਲਬ ਕਿ ਓਰ ਦੇ ਨਾਲ ਕੁਝ ਗੈਂਗ ਪਾਰਟੀਕਲਸ ਹੁੰਦੇ ਆ, ਪਹਿਲਾਂ ਉਹਨਾਂ ਨੂੰ ਰਿਮੂਵ ਕਰਨਾ, ਉਹ ਕੀ ਹੁੰਦੇ ਆ, ਕੱਚੀ ਧਾਤਾਂ ਦਾ ਸੰਘਣਾਪਨ। ਅਤੇ ਉਸ ਤੋਂ ਬਾਅਦ ਅੱਗੇ ਉਹ ਜਿਹੜੇ ਓਰਸ ਹੁੰਦੇ ਆ, ਕੱਚੀ ਧਾਤ ਹੁੰਦੀ ਆ, ਉਹਨਾਂ ਤੋਂ ਅੱਗੇ ਧਾਤਾਂ ਨੂੰ ਪ੍ਰਾਪਤ ਕਰਨਾ। ਸੈਕਿੰਡ ਸਟੈਪ 'ਚ ਕੀ ਆ ਜਾਂਦਾ, ਧਾਤਾਂ ਨੂੰ ਪ੍ਰਾਪਤ ਕਰਨਾ, ਐਕਸਟ੍ਰੈਕਸ਼ਨ ਆਫ ਮੈਟਲਸ। ਜਿਹੜੇ ਤਾਂ ਹਾਈ ਰਿਐਕਟੀਵਿਟੀ ਵਾਲੀ ਮੈਟਲਸ ਹੋਣਗੀਆਂ ਉਹਨਾਂ ਨੂੰ ਪਿਓਰ ਕਰਨ ਲਈ ਅਲੱਗ ਮੈਥਡ ਹੋ, ਮੀਡੀਅਮ ਰਿਐਕਟੀਵਿਟੀ ਵਾਲੀਆਂ ਨੂੰ ਪਿਓਰ ਕਰਨ ਦੇ ਲਈ ਅਲੱਗ ਮੈਥਡ ਆ, ਅਤੇ ਲੋ ਰਿਐਕਟੀਵਿਟੀ ਵਾਲੀ ਮੈਟਲਸ ਨੂੰ ਪ੍ਰਾਪਤ ਕਰਨ ਦੇ ਲਈ ਅਲੱਗ ਮੈਥਡ ਆ। ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਮੈਟਲਸ ਆਫ ਹਾਈ ਰਿਐਕਟੀਵਿਟੀ, ਜਿਨ੍ਹਾਂ ਦੀ ਰਿਐਕਟੀਵਿਟੀ ਜ਼ਿਆਦਾ, ਉਹਦੇ ਲਈ ਕੀ ਆ ਮੈਥਡ, ਇਲੈਕਟ੍ਰੋਲਿਸਿਸ ਆਫ ਮੋਲਟਨ ਓਰ, ਪਿਘਲੀ ਕੱਚੀ ਧਾਤ ਦਾ ਬਿਜਲੀ ਅਪਘਟਨ। ਉਸ ਤੋਂ ਬਾਅਦ ਸ਼ੁੱਧ ਧਾਤ ਪ੍ਰਾਪਤ ਹੁੰਦੀ ਆ। ਰਿਐਕਟੀਵਿਟੀ ਸੀਰੀਜ਼ ਵਿੱਚ ਹਾਈ ਰਿਐਕਟੀਵਿਟੀ ਕਿਹੜੀ ਕਿਹੜੀ ਮੈਟਲਸ ਦੀ ਆ, ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ। ਤਾਂ ਆਪਾਂ ਇਹਦੇ ਵਿੱਚ ਇੱਕ ਐਗਜ਼ਾਮਪਲ ਦੇਖਾਂਗੇ। ਸੋਡੀਅਮ ਕਲੋਰਾਈਡ ਤੋਂ ਸੋਡੀਅਮ ਨੂੰ ਕਿਵੇਂ ਪ੍ਰਾਪਤ ਕਰਨਾ। ਸੋਡੀਅਮ ਕਲੋਰਾਈਡ ਲਿੱਤਾ ਮੋਲਟਨ ਸਟੇਟ ਵਿੱਚ, ਅਤੇ 2 ਇਲੈਕਟ੍ਰੋਡਸ ਲਗਾਤੀਆਂ, ਇੱਕ ਨੈਗੇਟਿਵ ਵਾਲੀ ਕੈਥੋਡ, ਪੋਜ਼ੀਟਿਵ ਐਨੋਡ ਆ, ਅਤੇ ਇਲੈਕਟ੍ਰਿਕ ਕਰੰਟ ਜਦੋਂ ਪਾਸ ਕਰਵਾਇਆ ਇਹਦੇ ਵਿੱਚੋਂ, ਤਾਂ ਸੋਡੀਅਮ ਆ ਜਿਹੜੀ ਉਹ ਡਿਪੋਜ਼ਿਟ ਹੋ ਜੂ ਕੈਥੋਡ 'ਤੇ, ਕਿਉਂਕਿ ਪੋਜ਼ੀਟਿਵ ਨੈਗੇਟਿਵ ਅਟਰੈਕਟ ਹੋ ਜੂ। ਸੋਡੀਅਮ ਮੈਟਲ ਕੈਥੋਡ 'ਤੇ ਡਿਪੋਜ਼ਿਟ ਹੋ ਜੂ, ਅਤੇ ਕਲੋਰੀਨ ਐਨੋਡ 'ਤੇ। ਅਤੇ ਇਸ ਤਰ੍ਹਾਂ ਅਸੀਂ ਸੋਡੀਅਮ ਨੂੰ ਸੋਡੀਅਮ ਕਲੋਰਾਈਡ ਤੋਂ ਐਕਸਟਰੈਕਟ ਕਰ ਸਕਦੇ ਹਾਂ। ਨੈਕਸਟ ਇਜ਼ ਮੈਟਲਸ ਆਫ ਮੀਡੀਅਮ ਰਿਐਕਟੀਵਿਟੀ, ਮੱਧ ਕਿਰਿਆਸ਼ੀਲਤਾ ਵਾਲੀਆਂ ਧਾਤਾਂ। ਇਹਦੇ ਵਿੱਚ ਕੀ ਹੈ, ਇੱਕ ਜਾਂ ਤਾਂ ਉਹ ਮੈਟਲ ਆ ਜਿਹੜੇ, ਇਹਦੇ ਵਿੱਚ ਮੀਡੀਅਮ ਰਿਐਕਟੀਵਿਟੀ ਵਾਲੀ ਕਿਹੜੀ ਮੈਟਲਸ ਆ ਜਾਂਦੀਆਂ ਨੇ, ਜ਼ਿੰਕ, ਆਇਰਨ, ਲੈਡ। ਜੇਕਰ ਉਹ ਵਾਲੀ ਮੈਟਲਸ ਕਾਰਬੋਨੇਟ ਓਰ ਬਣਾ ਰਹੀਆਂ ਨੇ, ਮਤਲਬ ਨਾਲ CO3 ਲੱਗਿਆ ਹੋਊਗਾ, ਤਾਂ ਉਹਦੇ ਆਕਸਾਈਡ ਵਿੱਚ ਕਨਵਰਟ ਕਰਨ ਲਈ ਜਿਹੜਾ ਪ੍ਰੋਸੈਸ ਆ ਉਹਨੂੰ ਕੈਲਸੀਨੇਸ਼ਨ ਕਹਿੰਦੇ ਆ। ਅਤੇ ਜੇ ਉਹ ਮੈਟਲ ਸਲਫਾਈਡ ਓਰ ਬਣਾ ਰਿਹਾ, ਮਤਲਬ ਨਾਲ ਸਲਫਰ ਲੱਗਿਆ ਹੋਊਗਾ, ਤਾਂ ਉਹ ਰੋਸਟਿੰਗ ਪ੍ਰੋਸੈਸ ਦੇ ਨਾਲ ਉਹਦੇ ਆਕਸਾਈਡਸ ਵਿੱਚ ਉਹਨੂੰ ਕਨਵਰਟ ਕੀਤਾ ਜਾ ਸਕਦਾ, ਚੇਂਜ ਕਰ ਦਿੰਦੇ ਆ ਉਹਦੇ ਆਕਸਾਈਡਸ ਵਿੱਚ। ਆਕਸਾਈਡ ਵਿੱਚ ਚੇਂਜ ਕਰਨ ਨਾਲ ਕੀ ਹੋ ਜਾਂਦਾ, ਈਜ਼ੀ ਹੋ ਜਾਂਦਾ ਉਹਨੂੰ ਪਿਓਰ ਕਰਨਾ ਮੈਟਲ ਨੂੰ। ਅਤੇ ਜਦੋਂ ਉਹਦੇ ਆਕਸਾਈਡਸ ਬਣ ਜਾਂਦੇ ਮੈਟਲ ਦੇ, ਤਾਂ ਉਸ ਤੋਂ ਬਾਅਦ ਉਹਦੀ ਰਿਡਕਸ਼ਨ ਹੋ ਜਾਂਦੀ, ਮਤਲਬ ਉਹਦੇ ਤੋਂ ਆਕਸੀਜਨ ਨੂੰ ਰਿਮੂਵ ਕੀਤਾ ਜਾਂਦਾ, ਅਤੇ ਆਪਾਂ ਨੂੰ ਮੈਟਲ ਆ ਜਿਹੜੀ ਉਹ ਪਿਓਰ ਫਾਰਮ 'ਚ ਮਿਲ ਜਾਂਦੀ ਆ। ਫੋਰ ਐਗਜ਼ਾਮਪਲ ਜ਼ਿੰਕ ਲਿੱਤੀ ਆ ਮੈਟਲ, ਅਤੇ ਜੇਕਰ ਨਾਲ S ਲੱਗਿਆ ਮੀਨਸ ਕਿ ਉਹ ਸਲਫਾਈਡ ਓਰ ਆ, ਮੈਟਲ ਸਲਫਾਈਡ ਓਰ ਆ ਇਹ, ਜ਼ਿੰਕ ਸਲਫਾਈਡ। ਇਹਨੂੰ ਇਹਦੇ ਆਕਸਾਈਡ ਵਿੱਚ ਕਨਵਰਟ ਕਰਨ ਲਈ ਜਿਹੜਾ ਪ੍ਰੋਸੈਸ ਸੀ ਉਹ ਹੈਗਾ ਸੀ ਰੋਸਟਿੰਗ, ਭੁੰਨਣ।
The sulfide ores are converted into metal oxide by heating strongly in the presence of oxygen. ऑक्सीजन ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਹੀਟ ਕਰਿਆ ਜਾਂਦਾ ਤਾਂ ਕੀ ਹੋ ਜਾਂਦਾ ਉਹ ZNO ਬਣ ਜਾਂਦਾ। ਜ਼ਿੰਕ ਆਕਸਾਈਡ ਆਕਸਾਈਡਸ ਵਿੱਚ ਕਨਵਰਟ ਕਰਤਾ ਉਹਨੂੰ, ਨਾਲ ਸਲਫਰ ਡਾਈਆਕਸਾਈਡ ਇਵੋਲਵ ਹੋ ਜਾਂਦੀ ਆ। ਤੇ ਜੇਕਰ ਉਹ ਵਾਲੀ ਮੈਟਲ ਦੇ ਨਾਲ ਕਾਰਬੋਨੇਟ ਲੱਗਿਆ ਹੋਇਆ, ਕਾਰਬੋਨੇਟ CO3, ਤਾਂ ਉਹ ਕੀ ਹੋਊਗਾ, ਉਹ ਪ੍ਰੋਸੈਸ ਹੋਊਗਾ। ਅਗਰ ਉਹਨੂੰ ਉਹਦੇ ਆਕਸਾਈਡ ਵਿੱਚ ਕਨਵਰਟ ਕਰ ਰਹੇ ਹਾਂ ਤਾਂ ਉਹ ਪ੍ਰੋਸੈਸ ਹੋਊਗਾ ਭਸਮੀਕਰਨ ਜਾਂ ਕੈਲਸੀਨੇਸ਼ਨ। ਇਹਦੇ ਵਿੱਚ ਕੀ ਹੁੰਦਾ, ਦ ਕਾਰਬੋਨੇਟਸ ਓਰਸ ਆਰ ਚੇਂਜਡ ਇਨਟੂ ਆਕਸਾਈਡ। ਕਾਰਬੋਨੇਟ ਓਰਸ ਨੇ, ਆ ਕਾਰਬੋਨੇਟ ਓਰ ਆ ਜਿਹੜੇ, ਇਹਨੂੰ ਚੇਂਜ ਕੀਤਾ ਜਾਂਦਾ ਉਹਦੇ ਆਕਸਾਈਡ ਦੇ ਵਿੱਚ, ਉਹਨੂੰ ਹੀਟ ਕਰਕੇ ਇਨ ਦ ਐਬਸੈਂਸ ਜਾਂ ਫਿਰ ਲਿਮਿਟਿਡ ਆਕਸੀਜਨ, ਮਤਲਬ ਜਾਂ ਤਾਂ ਆਕਸੀਜਨ ਦੀ ਐਬਸੈਂਸ ਦੇ ਵਿੱਚ ਜਾਂ ਫਿਰ ਬਹੁਤ ਘੱਟ ਆਕਸੀਜਨ ਹੋਵੇ, ਤੇ ਉਹ ਕੀ ਬਣ ਜਾਂਦਾ ਫਿਰ ਜ਼ਿੰਕ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ। ਹੁਣ ਦੋਨਾਂ ਵਿੱਚ ਕੀ ਬਣ ਗਿਆ ਸੀਗਾ, ਆਕਸਾਈਡ ਬਣਾਤੇ ਆਪਾਂ ਨੇ ਮੈਟਲ ਦੇ। ਫਿਰ ਉਸ ਤੋਂ ਬਾਅਦ ਕਿਹੜਾ ਪ੍ਰੋਸੈਸ ਕਿਹਾ ਸੀ, ਰਿਡਕਸ਼ਨ ਮਤਲਬ ਉਹਦੇ ਤੋਂ ਆਪਾਂ ਨੇ ਹੁਣ ਕੀ ਕਰਨਾ, ਆਕਸੀਜਨ ਨੂੰ ਰਿਮੂਵ ਕਰਨਾ। ਤਾਂ ਆਕਸੀਜਨ ਨੂੰ ਰਿਮੂਵ ਕਰਨ ਲਈ ਇਹਨੂੰ ਟਰੀਟ ਕਰਵਾਇਆ ਕਾਰਬਨ ਦੇ ਨਾਲ, ਕਾਰਬਨ ਨਾਲ ਰਿਐਕਟ ਕਰਵਾਇਆ ਜਦੋਂ ਜ਼ਿੰਕ ਆਕਸਾਈਡ ਨੂੰ, ਤਾਂ ਕਾਰਬਨ ਦੇ ਨਾਲ ਆਕਸੀਜਨ ਕੰਬਾਈਨ ਕਰਕੇ ਕਾਰਬਨ ਮੋਨੋਆਕਸਾਈਡ ਫਾਰਮ ਕਰਤਾ, ਤੇ ਜ਼ਿੰਕ ਆ ਜਿਹੜਾ ਆਪਾਂ ਨੂੰ ਪਿਓਰ ਫਾਰਮ 'ਚ ਮਿਲ ਗਈ। ਜ਼ਿੰਕ ਦੀ ਰਿਡਕਸ਼ਨ ਹੋ ਗਈ ਇੱਥੇ, ਜ਼ਿੰਕ ਆਕਸਾਈਡ ਦੀ ਰਿਡਕਸ਼ਨ ਹੋ ਕੇ ਜ਼ਿੰਕ ਪਿਓਰ ਫਾਰਮ 'ਚ ਮਿਲ ਗਈ। ਇਹਦੇ ਵਿੱਚ ਨੈਕਸਟ ਹੈਗਾ ਮੈਟਲਸ ਆਫ ਲੋ ਰਿਐਕਟੀਵਿਟੀ, ਘੱਟ ਕਿਰਿਆਸ਼ੀਲ ਵਾਲੀਆਂ ਧਾਤਾਂ। ਉਹ ਜਿਹੜੀ ਲੋ ਰਿਐਕਟਿਵ ਵਾਲੀਆਂ ਮੈਟਲਸ ਨੇ ਉਹ ਕਿਹੜੀਆਂ ਨੇ, ਗੋਲਡ, ਸਿਲਵਰ, ਮਰਕਰੀ, ਕਾਪਰ, ਇਹ ਨੋਨ ਰਿਐਕਟਿਵ ਨੇ। ਤੇ ਇਹਨਾਂ ਦੇ ਜਿਹੜੇ ਆਕਸਾਈਡਸ ਨੇ ਮੈਟਲਸ ਦੇ, ਉਹਨਾਂ ਨੂੰ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਉਹਨਾਂ ਨੂੰ ਹੀਟ ਕਰਕੇ, ਠੀਕ ਆ। ਤੇ ਇਹਦੇ ਵਿੱਚ ਫਸਟ ਮੈਟਲ ਸਲਫਾਈਡ ਓਰਸ ਬਣਾਉਂਦੇ ਆ, ਰੋਸਟਿੰਗ ਪ੍ਰੋਸੈਸ ਹੁੰਦਾ ਤੇ ਮੈਟਲਸ ਪ੍ਰਾਪਤ ਕੀਤੇ ਜਾਂਦੇ, ਤੇ ਉਹ ਮੈਟਲਸ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਰਿਫਾਈਨਿੰਗ ਕੀਤਾ ਜਾਂਦਾ, ਮਤਲਬ ਉਹਨਾਂ ਨੂੰ ਪਿਓਰ ਫਾਰਮ 'ਚ ਲਿਆਂਦਾ ਜਾਂਦਾ। ਇਹਦੇ 'ਚ ਐਗਜ਼ਾਮਪਲ ਲਿੱਤੀ ਆ ਮਰਕਰੀ ਦੀ, ਇਹ ਹੈਗਾ ਮੈਟਲ ਸਲਫਾਈਡ ਓਰ, ਇਹਨੂੰ ਕਹਿੰਦੇ ਆ ਸਿਨਾਬਾਰ। ਇਹ ਮਰਕਰੀ ਦਾ ਓਰ ਆ ਤੇ ਸੋਲਿਡ ਫਾਰਮ 'ਚ ਆ, ਤੇ ਇਹਨੂੰ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਹੀਟ ਕੀਤਾ ਤਾਂ ਇਹ ਕੀ ਬਣ ਗਿਆ, ਮਰਕਿਊਰਿਕ ਆਕਸਾਈਡ ਫਾਰਮ 'ਚ ਆ ਗਿਆ, ਤੇ ਸਲਫਰ ਡਾਈਆਕਸਾਈਡ ਗੈਸ ਆ ਜਿਹੜੀ ਉਹ ਇਵੋਲਵ ਹੋ ਗਈ। ਤੇ ਹੁਣ ਜਿਹੜਾ ਇਹ ਆਕਸਾਈਡ ਮੈਟਲ ਆਕਸਾਈਡ ਬਣਿਆ ਸੀ, ਉਹਨੂੰ ਫਿਰ ਤੋਂ ਫਰਦਰ ਹੀਟ ਕੀਤਾ ਜਾਂਦਾ ਤਾਂ ਕਿ ਆਪਣੇ ਕੋਲ ਕੀ ਬਣ ਜਾਂਦੀ, ਪਿਓਰ ਫਾਰਮ 'ਚ ਮੈਟਲ ਮਿਲ ਜਾਂਦੀ ਆ। ਇੱਥੇ ਮਰਕਰੀ ਪਿਓਰ ਫਾਰਮ 'ਚ ਆ ਗਈ, ਨਾਲ ਆਕਸੀਜਨ ਗੈਸ ਆ ਜਿਹੜੀ ਉਹ ਇਵੋਲਵ ਹੋ ਗਈ। ਰਿਫਾਈਨਿੰਗ ਆਫ ਮੈਟਲਸ ਕਿਵੇਂ ਕੀਤੀ ਜਾਂਦੀ ਹੈ, ਧਾਤਾਂ ਦੀ ਸ਼ੁੱਧੀਕਰਨ ਕਿਵੇਂ ਕੀਤੀ ਜਾਂਦੀ ਆ, ਇਹਦੇ ਲਈ ਮੈਥਡ ਯੂਜ਼ ਕਰਦੇ ਆ ਇਲੈਕਟ੍ਰੋਲਿਸਿਸ, ਜਾਣੀ ਕਿ ਬਿਜਲ ਅਪਘਟਨ ਮੈਥਡ ਜਿਹੜਾ ਉਹ ਯੂਜ਼ ਕਰਦੇ ਆ। ਇਹਦੇ ਵਿੱਚ ਕਾਪਰ ਸਲਫੇਟ ਦਾ ਸੋਲਿਊਸ਼ਨ ਲਿੱਤਾ, ਇਹ ਸਾਲਟ ਆ, ਸਾਲਟ ਸੋਲਿਊਸ਼ਨ। ਐਸੀਡੀਫਾਈਡ ਮਤਲਬ ਤੇਜ਼ਾਬਿਆ ਕਾਪਰ ਸਲਫੇਟ ਘੋਲ ਲੈਣਾ, ਤੇ 2 ਇਲੈਕਟ੍ਰੋਡਸ ਲਿੱਤੀਆਂ, ਇੱਕ ਕੈਥੋਡ ਇੱਕ ਐਨੋਡ। ਕੈਥੋਡ ਪਿਓਰ ਮੈਟਲ ਲਿੱਤੀ ਆ ਤੇ ਐਨੋਡ ਇੰਪਿਓਰ ਮੈਟਲ। ਤੇ ਜਦੋਂ ਆਪਾਂ ਨੇ ਇਲੈਕਟ੍ਰਿਕ ਕਰੰਟ ਪਾਸ ਕਰਵਾਇਆ ਇਹਦੇ ਵਿੱਚੋਂ, ਤਾਂ ਜਿਹੜੀ ਪਿਓਰ ਮੈਟਲ ਆ, ਪਿਓਰ ਮੈਟਲ ਕੈਥੋਡ 'ਤੇ ਜਮ੍ਹਾਂ ਹੋਈ ਜਾਣੀ ਆ, ਤੇ ਜਿਹੜੀਆਂ ਇੰਪਿਓਰਿਟੀਜ਼ ਹੋਣਗੀਆਂ, ਸ਼ੁੱਧੀਆਂ ਹੋਣਗੀਆਂ, ਉਹ ਐਨੋਡ ਦੇ ਹੇਠਾਂ ਜਮ੍ਹਾਂ ਹੋਈ ਜਾਣੀਆਂ, ਜਿਹਨੂੰ ਕੀ ਕਹਿ ਦਿੰਦੇ ਆ, ਐਨੋਡ ਮੱਡ। ਇਸ ਤਰ੍ਹਾਂ ਮੈਟਲਸ ਦੀ ਕੀ ਕੀਤੀ ਜਾਂਦੀ, ਰਿਫਾਈਨਿੰਗ ਕੀਤੀ ਜਾਂਦੀ, ਉਹਨਾਂ ਨੂੰ ਪਿਓਰ ਫਾਰਮ 'ਚ ਲੈ ਕੇ ਆਉਂਦੇ ਆ। ਲਾਸਟ ਟੋਪਿਕ ਕਰੋਜ਼ਨ। ਕਰੋਜ਼ਨ ਹੁੰਦੇ ਖੋਰਨ। The surface of some metals corroded when they are exposed to moist air for a long time. ਕੁਝ ਮੈਟਲਸ ਹਵਾ ਦੇ ਕੰਟੈਕਟ ਵਿੱਚ ਆ ਕੇ, ਮੋਇਸਟ ਏਅਰ ਦੇ ਕੰਟੈਕਟ 'ਚ ਆ ਕੇ ਹੌਲੀ ਹੌਲੀ ਖੁਰਦੀਆਂ ਰਹਿੰਦੀਆਂ, ਜਿਨ੍ਹਾਂ ਨੂੰ ਇਹਨੂੰ ਕੀ ਕਹਿ ਦਿੰਦੇ ਆ, ਦਿਸ ਇਜ਼ ਕਾਲਡ ਕਰੋਜ਼ਨ। ਇਹਨੂੰ ਕੀ ਕਹਿ ਦਿੰਦੇ ਆ, ਖੋਰਨ। ਜਿਵੇਂ ਸਿਲਵਰ ਆ, ਸਿਲਵਰ ਬਲੈਕ ਕਲਰ ਦੀ ਹੋ ਜਾਂਦੀ ਆ ਮੋਇਸਟ ਏਅਰ ਦੇ ਕੰਟੈਕਟ ਵਿੱਚ ਆ ਕੇ। ਕਾਪਰ ਆ, ਕਾਪਰ ਜਦੋਂ ਕਾਰਬਨ ਡਾਈਆਕਸਾਈਡ ਦੇ ਨਾਲ ਰਿਐਕਟ ਕਰਦੀ ਹੈ, ਮੋਇਸਟ ਕਾਰਬਨ ਡਾਈਆਕਸਾਈਡ ਦੇ ਨਾਲ, ਤਾਂ ਕੀ ਹੋ ਜਾਂਦੀ ਹੈ, ਉੱਤੇ ਇੱਕ ਗ੍ਰੀਨ ਕਲਰ ਦੀ ਲੇਅਰ ਬਣ ਜਾਂਦੀ ਹੈ, ਜਿਹਨੂੰ ਕੀ ਕਹਿੰਦੇ, ਜਿਹੜੀ ਕਿ ਕਾਪਰ ਕਾਰਬੋਨੇਟ ਦੀ ਹੁੰਦੀ ਆ। ਆਇਰਨ ਹੁੰਦਾ ਲੋਹਾ ਏਅਰ ਦੇ ਕੰਟੈਕਟ ਵਿੱਚ ਆ ਕੇ ਉੱਤੇ ਇੱਕ ਬਰਾਊਨ ਕਲਰ ਦੀ ਲੇਅਰ ਬਣ ਜਾਂਦੀ ਆ, ਜਿਹਨੂੰ ਰਸਟ ਕਹਿੰਦੇ ਆ, ਜੰਗ ਲੱਗਣਾ ਕਹਿੰਦੇ ਆ। ਤੇ ਇਹ ਖੋਰਨ ਤੋਂ ਅਸੀਂ ਧਾਤਾਂ ਨੂੰ ਕਿਵੇਂ ਬਚਾ ਸਕਦੇ ਆ, ਪੇਂਟਿੰਗ ਕਰਕੇ, ਆਇਲਿੰਗ ਕਰਕੇ, ਗਰੀਸ ਕਰਕੇ, ਗਰੀਸਿੰਗ, ਗੈਲਵੇਨਾਈਜੇਸ਼ਨ ਹੁੰਦਾ ਜ਼ਿੰਕ ਦੀ ਉੱਤੇ ਪਰਤ ਚੜਾ ਕੇ, ਕ੍ਰੋਮ ਪਲੇਟਿੰਗ ਮਤਲਬ ਕ੍ਰੋਮੀਅਮ ਦੀ ਪਲੇਟਿੰਗ ਚੜਾ ਕੇ, ਐਨੋਡਾਈਜ਼ਿੰਗ ਹੁੰਦਾ ਐਲੂਮੀਨੀਅਮ ਦੀ ਪਰਤ ਚੜਾ ਕੇ, ਐਲੂਮੀਨੀਅਮ ਦੀ ਕੋਟਿੰਗ ਕਰਕੇ, ਮੇਕਿੰਗ ਐਲੋਇਜ਼ ਕੀ ਹੁੰਦੇ ਆ, ਐਲੋਇਜ਼ ਹੁੰਦੇ ਨੇ 2 or more ਮੈਟਲਸ ਦੇ ਮਿਕਸਚਰ ਨੂੰ, ਹੋਮੋਜੀਨੀਅਸ ਜਿਹੜਾ ਮਿਕਸਚਰ ਹੁੰਦਾ 2 or more ਮੈਟਲਸ, ਜਾਂ ਫਿਰ ਨੋਨ ਮੈਟਲਸ ਵੀ ਹੋ ਸਕਦੇ ਆ, ਉਹਨਾਂ ਦੇ ਮਿਕਸਚਰ ਨੂੰ ਕੀ ਕਹਿ ਦਿੰਦੇ ਆ, ਐਲੋਇਜ਼ ਕਹਿ ਦਿੰਦੇ ਆ। ਤੇ ਜਿਵੇਂ ਸਟੀਲ ਆ, ਜਿਹੜੀ ਸਟੀਲ ਕਿੱਦਾਂ ਬਣਦੀ ਆ, ਆਇਰਨ ਪਲੱਸ ਨਿਕਲ ਜਾਂ ਫਿਰ ਆਇਰਨ ਪਲੱਸ ਕ੍ਰੋਮੀਅਮ ਨਾਲ, ਇਹ ਮਿਕਸਚਰ ਨਾਲ ਬਣਦੀ ਆ, ਤਾਂ ਕਿ ਉਹ ਖੋਰਨ ਤੋਂ ਅਸੀਂ ਉਹਨੂੰ ਬਚਾ ਸਕੀਏ।